ਧੰਨ ਵਾਹਿਗੁਰੂ ਜੀਓ। ਗੌੜੀ ਕਬੀਰ ਜੀ ਜੋ ਜਨ ਪਰਮਿਤ ਪਰਮਨ ਜਾਨਾ, ਬਾਤ ਨਹੀਂ ਬੈਕੁੰਠ ਸਮਾਨਾ। ਨਾ ਜਾਨਾ ਬੈਕੁੰਠ ਕਹਾਹੀ, ਜਾਨ ਜਾਨ ਸਭ ਕਹਿ ਤਾਹੀ ਰਹਾਉ। ਕਹਿਨ ਕਹਾਵਨ ਨਹਿ ਪਤਿਆਈ ਹੈ, ਤਉ ਮਨ ਮਾਨੈ ਜਾਂ ਤੇ ਹਉਮੈ ਜਈ ਹੈ। ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਬੈਕੁੰਠੈ ਆਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਮਿਹਰ ਕਰਦਿਆਂ ਹੋਇਆਂ ਸਤ ਸੰਗਤ ਰੂਪ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਆਪਾਂ ਸਭਨਾਂ ਨੂੰ ਬਖਸ਼ਿਸ਼ ਕੀਤਾ ਹੈ। ਬੜੇ ਪਿਆਰ ਅਦਬ ਨਾਲ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਸਰਵਣ ਕਰਦਿਆਂ ਹੋਇਆਂ ਗੁਰੂ ਉਪਦੇਸ਼ ਦਾ ਲਾਹਾ ਪ੍ਰਾਪਤ ਕੀਤਾ ਹੈ। ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਆਪਾਂ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਯਤਨ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਬਾਣੀ, ਉਹਨਾਂ ਦੇ ਸ਼ਬਦਾਂ ਦੀ ਲੜੀਵਾਰ ਵਿਚਾਰ ਕਰਦਿਆਂ ਹੋਇਆਂ ਉਹਨਾਂ ਦੇ ਮਹਾਨ ਉਪਦੇਸ਼ ਨੂੰ ਸਮਝਣ ਦਾ ਅਤੇ ਵਿਚਾਰਨ ਦਾ। ਇਸੇ ਲੜੀ ਤਹਿਤ ਆਪ ਜੀ ਨੇ ਜਿਸ ਪਾਵਨ ਸ਼ਬਦ ਦਾ ਪਾਠ ਸੁਣਿਆ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 325 ਉੱਤੇ ਰਾਗ ਗੌੜੀ ਦੇ ਵਿੱਚ ਭਗਤ ਕਬੀਰ ਜੀ ਦਾ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਸਮੁੱਚੇ ਰੂਪ ਵਿੱਚ ਸ਼ਬਦ ਨੂੰ ਪੜ੍ਹਦਿਆਂ ਹੋਇਆਂ ਜੋ ਮੁੱਖ ਨੁਕਤਾ ਉਗੜ ਕੇ ਸਾਡੇ ਸਾਹਮਣੇ ਆਉਂਦਾ ਹੈ ਕਿ ਧਰਮ ਕਰਮ ਕਰਨ ਵਾਲਾ ਮਨੁੱਖ ਜਿਹੜਾ ਹੈ ਜਾਂ ਬਹੁਤਾਤ ਗਿਣਤੀ ਜਿਹੜੀ ਹੈ, ਇੱਕ ਮਨਸ਼ਾ ਮਨ ਵਿੱਚ ਪਾਲ ਕੇ ਕਿ ਇਸ ਸੰਸਾਰ ਵਿੱਚ ਧਾਰਮਿਕ ਅਗਵਾਈ ਕਰਨ ਵਾਲੇ ਜਿਹੜੇ ਸੰਸਥਾਗਤ ਆਗੂ ਹਨ, ਜਿਨ੍ਹਾਂ ਨੂੰ ਪੁਜਾਰੀ ਕਹਿ ਲਓ, ਮੁਖੀ ਕਹਿ ਲਓ, ਜਾਂ ਜਿਨ੍ਹਾਂ ਨੇ ਧਰਮ ਪ੍ਰਚਾਰਨਾ ਹੈ, ਉਹ ਮਜ਼ਹਬੀ ਆਗੂ ਜਿਹੜੇ ਹਨ, ਉਹਨਾਂ ਦੀਆਂ ਕਈਆਂ ਤੇ ਦੱਸੀਆਂ ਹੋਈਆਂ ਗੱਲਾਂ ਔਰ ਕਥਨ ਦੇ ਮੁਤਾਬਕ ਕਰਮਕਾਂਡੀ ਮਾਰਗ ਦੇ ਉੱਤੇ ਚੱਲਦਿਆਂ ਹੋਇਆਂ ਤੁਸੀਂ ਕੁਝ ਗਿਣਤੀ ਦੇ ਕਰਮ ਕਰੋ, ਕੁਝ ਕਰਮਕਾਂਡੀ ਫਰਜ਼ ਨਿਭਾਓ,
ਜਿਨ੍ਹਾਂ ਦਾ ਸਿਲਾ, ਜਿਨ੍ਹਾਂ ਦਾ ਮਹੱਤਵ ਔਰ ਜਿਨ੍ਹਾਂ ਦਾ ਫਲ ਤੁਹਾਨੂੰ ਮਰਨ ਤੋਂ ਬਾਅਦ ਸਵਰਗ ਦੇ ਰੂਪ ਵਿੱਚ ਪ੍ਰਾਪਤ ਹੋਏਗਾ। ਉਹਨੂੰ ਕੋਈ ਸਵਰਗ ਕਹਿ ਲੈਂਦਾ ਹੈ, ਕੋਈ ਬਹਿਸ਼ਤ ਕਹਿ ਲੈਂਦਾ ਹੈ, ਕੋਈ ਬੈਕੁੰਠ ਕਹਿ ਲੈਂਦਾ ਹੈ। ਵੱਖਰੇ ਵੱਖਰੇ ਨਾਮ ਹਨ ਔਰ ਆਪਣੀ ਆਪਣੀ ਕਲਪਨਾ ਹੈ। ਇਸ ਲਈ ਉਚੇਚੇ ਤੌਰ ਦੇ ਉੱਤੇ ਸਕ੍ਰਿਪਟਾਂ ਲਿਖੀਆਂ ਗਈਆਂ ਔਰ ਕੁਝ ਪੁਸਤਕਾਂ ਇਸੇ ਰੂਪ ਵਿੱਚ ਹੀ ਲਿਖੀਆਂ ਗਈਆਂ ਕਿ ਮਰਨ ਤੋਂ ਬਾਅਦ ਮਨੁੱਖ ਦਾ ਸਫ਼ਰ ਕਿਹੋ ਜਿਹਾ ਹੋਵੇਗਾ, ਉਹਨੂੰ ਕਿਸ ਤਰ੍ਹਾਂ ਦਾ ਸਫ਼ਰ ਤੈਅ ਕਰਨਾ ਪਏਗਾ, ਕਿਸ ਤਰ੍ਹਾਂ ਦੀ ਉਹ ਸਾਰੀ ਪ੍ਰਕਿਰਿਆ ਹੋਏਗੀ, ਕਿਸ ਤਰ੍ਹਾਂ ਦਾ ਉਹ ਸਾਰਾ ਕੁਝ ਉੱਥੇ ਦੁੱਖ ਤਕਲੀਫ ਜਾਂ ਸੁੱਖ ਸੁਵਿਧਾ ਹੋਏਗੀ, ਉਹਦਾ ਸਾਰਾ ਬਿਆਨ ਕੀਤਾ ਗਿਆ। ਤੇ ਫਿਰ ਉਸ ਦੇ ਬਿਆਨ ਦਾ ਨਿਚੋੜ ਇਹ ਕੱਢਿਆ ਗਿਆ ਕਿ ਜੇ ਤੁਸੀਂ ਇਸ ਅਜਾਬ ਤੋਂ, ਤਕਲੀਫ ਤੋਂ, ਦੁੱਖ ਤੋਂ, ਪੇਚੀਦਗੀਆਂ ਤੋਂ, ਮੁਸ਼ਕਲਾਂ ਤੋਂ, ਸਜ਼ਾਵਾਂ ਤੋਂ ਛੁੱਟਣਾ ਚਾਹੁੰਦੇ ਹੋ ਤਾਂ ਇਹਦਾ ਰਾਹ ਆ ਹੈ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ। ਉਹ ਰਾਹ ਕੀ ਸੀ? ਤੀਰਥ ਇਸ਼ਨਾਨ ਕਰੋ, ਦਾਨ ਪੁੰਨ ਕਰੋ, ਪੁਜਾਰੀ ਦੇ ਦੱਸੇ ਹੋਏ ਗਿਣਤੀ ਮਿਣਤੀ ਦੇ ਕਰਮ ਫਰਜ਼ ਨਿਭਾਓ, ਜੋ ਕੁਝ ਉਹਨੇ ਦੱਸਿਆ ਉਹਦੇ ਆਖੇ ਲੱਗੋ। ਫਿਰ ਤੁਹਾਨੂੰ ਮੌਤ ਤੋਂ ਬਾਅਦ ਨਾ ਨਰਕ ਮਿਲੇਗਾ, ਨਾ ਉਸ ਸਫ਼ਰ ਵਿੱਚ ਕੋਈ ਤਕਲੀਫ ਹੋਵੇਗੀ, ਨਾ ਕੋਈ ਸਜ਼ਾ ਮਿਲੇਗੀ। ਤੇ ਜੇ ਤੁਸੀਂ ਉਹ ਨਹੀਂ ਕਰਦੇ ਜੋ ਇੱਥੇ ਦੱਸਿਆ ਜਾ ਰਿਹਾ ਹੈ, ਫਿਰ ਤੁਹਾਡੇ ਰਾਹ ਵਿੱਚ ਕੀ ਕੀ ਤਕਲੀਫਾਂ, ਦੁੱਖ, ਅਜਾਬ, ਵਿਪਦਾਵਾਂ, ਸਜ਼ਾਵਾਂ ਹੋ ਸਕਦੀਆਂ ਨੇ। ਫਿਰ ਤੁਹਾਨੂੰ ਓੜਕ ਨੂੰ ਕਿੱਥੇ ਰਹਿਣਾ ਪਏਗਾ। ਉਹ ਸਾਰੀ ਕਥਾ ਜਿਹੜੀ ਹੈ ਉਹ ਪੁਸਤਕਾਂ ਵਿੱਚ ਲਿਖੀ ਗਈ। ਜੇ ਅਸੀਂ ਆਖੇ ਲੱਗਾਂਗੇ ਤੇ ਵੱਧ ਕੀ ਮਿਲੇਗਾ। ਫਿਰ ਉੱਥੇ ਸਵਰਗ ਦੀ ਕਲਪਨਾ ਕੀਤੀ ਗਈ। ਕਿਸੇ ਦੇ ਸਵਰਗ ਵਿੱਚ 72 ਹੂਰਾਂ ਮਿਲਦੀਆਂ ਹਨ, ਕਿਸੇ ਦੇ ਸਵਰਗ ਵਿੱਚ ਅੰਗੂਰਾਂ ਦੀ ਸ਼ਰਾਬ ਦਾ ਵੀ ਪ੍ਰਬੰਧ ਹੈ, ਕਿਸੇ ਦੇ ਬੈਕੁੰਠ ਜਾਂ ਸਵਰਗ ਦੇ ਵਿੱਚ ਹਰ ਉਹ ਐਸ਼ ਹੈ ਜਿਹੜੀ ਬੰਦਾ ਇੱਥੇ ਨਹੀਂ ਕਰ ਸਕਿਆ। ਕੁਝ ਸ਼ਰਮ ਦਾ ਮਾਰਾ, ਕੁਝ ਧਰਮ ਦਾ ਮਾਰਾ, ਕੁਝ ਸਮਾਜ ਦੀਆਂ ਬੰਦਸ਼ਾਂ, ਕੁਝ ਗਰੀਬੀਆਂ ਤੇ ਗੁਰਬਤਾਂ ਕਰਕੇ ਉਹ ਸਾਰੀਆਂ ਬੰਦਾ ਉੱਥੇ ਲੋਚਦਾ ਹੈ। ਚਲੋ ਉੱਥੇ ਸਹੀ, ਉੱਥੇ ਮਿਲ ਜਾਏਗਾ, ਉੱਥੇ ਉਹ ਸਾਰਾ ਕੁਝ ਪ੍ਰਾਪਤ ਹੋ ਜਾਏਗਾ। ਉੱਥੇ ਸੁੱਖ ਹੀ ਸੁੱਖ ਹੈ, ਸੋਨੇ ਦੇ ਮੰਦਰ ਹਨ, ਹਰ ਚੀਜ਼, ਹਰ ਸ਼ੈ ਉਸ ਜਗ੍ਹਾ ਦੇ ਉੱਤੇ ਮੌਜੂਦ ਹੈ। ਭਗਤ ਕਬੀਰ ਜੀ ਮਹਾਰਾਜ ਕਿਉਂਕਿ ਕਾਂਸ਼ੀ ਦੇ ਰਹਿਣ ਵਾਲੇ ਸਨ ਔਰ ਉੱਥੇ ਇਹ ਗੱਲਾਂ ਦਾ ਆਮ ਹੀ ਬੋਲਬਾਲਾ ਸੀ, ਪ੍ਰਚਾਰ ਸੀ। ਕੋਈ ਇੰਨਾ ਲੰਮਾ ਪੈਂਡਾ ਝਾਗ ਕੇ ਤੀਰਥ ਉੱਤੇ ਕਿਉਂ ਆਇਆ ਹੈ, ਉਹਨੇ ਇੱਥੋਂ ਕੀ ਪ੍ਰੇਰਣਾ ਗ੍ਰਹਿਣ ਕਰਨੀ ਹੈ। ਜਦੋਂ ਉਸ ਮਨੁੱਖ ਦੇ ਹਿਰਦੇ ਨੂੰ ਫੋਲ ਕੇ ਵੇਖਿਆ ਜਾਂਦਾ, ਉਹਦੇ ਵਿਚਾਰਾਂ ਦੀ ਗਹਿਰਾਈ ਵਿੱਚ ਉਤਰਿਆ ਜਾਂਦਾ, ਉਹਦੀ ਫੀਲਿੰਗ ਨੂੰ ਸਮਝਿਆ ਜਾਂਦਾ, ਉਹਦੀ ਮਨਸ਼ਾ ਨੂੰ ਜਾਣਿਆ ਜਾਂਦਾ, ਤੇ ਉਗੜ ਕੇ ਇੱਕੋ ਹੀ ਗੱਲ ਨਿਕਲਦੀ, ਇਹ ਬੰਦਾ ਮਰਨ ਤੋਂ ਬਾਅਦ ਮੁਕਤੀ ਜਾਂ ਸਵਰਗ ਲੈਣ ਵਾਸਤੇ ਆਇਆ। ਇਸ ਬੰਦੇ ਨੂੰ ਇੱਕੋ ਹੀ ਖਦਸ਼ਾ ਹੈ ਕਿ ਮਰਨ ਤੋਂ ਬਾਅਦ ਮੇਰਾ ਨਰਕ ਵਿੱਚ ਵਾਸਾ ਨਾ ਹੋਏ, ਮੈਨੂੰ ਸਜ਼ਾਵਾਂ ਨਾ ਮਿਲਣ, ਤੇ ਜੋ ਜੋ ਵੀ ਦੱਸਿਆ ਗਿਆ ਉਹ ਸਾਰਾ। ਇਹਨੂੰ ਜਦੋਂ ਪੁੱਛਿਆ ਜਾਂਦਾ ਤੂੰ ਹੁਣ ਕੀ ਚਾਹੁੰਦਾ ਹੈ, ਉਹ ਕਹਿੰਦਾ ਜੀ ਹੁਣ ਕੀ ਚਾਹੁੰਦਾ ਹੈ, ਮਰਨ ਤੋਂ ਬਾਅਦ ਮੁਕਤੀ ਮਿਲ ਜਾਏ, ਬਸ ਗੱਲ ਠੀਕ ਹੈ। ਭਗਤ ਜੀ ਐਸੇ ਮਨੁੱਖ ਦੇ ਜੀਵਨ ਉੱਤੇ ਹੈਰਾਨ ਹੁੰਦੇ ਹਨ। ਇੰਨਾ ਦੁਰਲੱਭ ਕੀਮਤੀ ਮਨੁੱਖਾ ਜੀਵਨ ਵਾਹਿਗੁਰੂ ਨੇ ਬਖਸ਼ਿਆ ਹੈ, ਇਸ ਦੀ ਇਹਨੂੰ ਚਿੰਤਾ ਹੀ ਕੋਈ ਨਹੀਂ। ਇਸ ਬਾਰੇ 1% ਵੀ ਇਹ ਸੋਚਣ ਲਈ ਰਾਜ਼ੀ ਨਹੀਂ। ਇਸ ਜੀਵਨ ਨੂੰ ਸਵਾਰਨ ਲਈ ਇਹ ਜ਼ਰਾ ਜਿੰਨਾ ਵੀ ਕੋਈ ਯਤਨ ਜਾਂ ਕੋਸ਼ਿਸ਼ ਨਹੀਂ ਕਰਦਾ। ਸਾਰੀਆਂ ਚਿੰਤਾਵਾਂ ਮਰਨ ਤੋਂ ਬਾਅਦ ਦੀਆਂ ਹਨ, ਸਾਰੇ ਖਤਰੇ ਨੂੰ ਮਰਨ ਤੋਂ ਬਾਅਦ ਮਹਿਸੂਸ ਹੁੰਦੇ ਹਨ। ਇਹਨੂੰ ਇੱਕੋ ਹੀ ਇੱਛਾ ਹੈ, ਮੇਰਾ ਅਗਲਾ ਸਫ਼ਰ ਕਿਵੇਂ ਦਾ ਹੋਏਗਾ, ਮੈਂ ਕਿੱਥੇ ਜਾਵਾਂਗਾ, ਕੀ ਵਾਪਰੇਗਾ, ਉਹ ਸਾਰਾ ਕੁਝ ਜੋ ਪੁੱਛੀ ਜਾਂਦਾ ਉਹ ਇੱਥੇ ਬੈਠੇ ਲੋਕ ਦੱਸੀ ਜਾਂਦੇ ਨੇ। ਔਰ ਉਹਨਾਂ ਦੀਆਂ ਗੱਲਾਂ ਦੇ ਉੱਤੇ ਇਸ ਕਰਕੇ ਯਕੀਨ ਕਰਦਾ ਵੀ ਉਹ ਸਾਰੀ ਗੱਲ ਦੇ ਉੱਤੇ ਧਰਮ ਦੀ ਮੋਹਰ ਲਾ ਦਿੰਦੇ ਨੇ, ਰੱਬ ਦੀ ਮੋਹਰ ਲਾ ਦਿੰਦੇ ਨੇ, ਤੀਰਥਾਂ ਸ਼ਾਸਤਰਾਂ ਦੀ ਮੋਹਰ ਲਾ ਦਿੰਦੇ ਨੇ, ਮੰਨ ਲੈਂਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇੱਕ ਵਾਕ ਬਾਣੀ ਵਿੱਚ ਕਿਹਾ ਹੈ, ਪੜ੍ਹ ਪੁਸਤਕ ਸੰਧਿਆ ਬਾਦਨ, ਸਿਲ ਪੂਜਸ ਬਗਲ ਸਮਾਦਨ। ਫਿਰ ਅੱਗੇ ਸ਼ਬਦ ਵਰਤੇ, ਮੁਖ ਝੂਠ ਵਿਭੂਖਨ ਸਾਰਨ। ਧਰਮ ਦਾ ਪਹਿਰਾਵਾ ਪਹਿਨ ਕੇ 2 ਵਕਤ ਜੋ
ਨੇਮ ਹੁੰਦਾ ਹੈ ਹਰ ਤਰ੍ਹਾਂ। ਮੰਨ ਲਓ ਕੋਈ ਵੀ ਮਜ਼ਹਬ ਦਾ ਬੰਦਾ ਨੇਮ ਨਿਭਾਵੇ, ਹੁਣ ਉਹ ਬਾਹਰੋਂ ਧਰਮ ਦਾ ਪਹਿਰਾਵਾ, ਡਰੈਸ ਉਹਦਾ ਡਰੈਸ ਕੋਡ ਵੀ ਹੈ, ਵੇਖਣ ਤੋਂ ਬੰਦਾ ਲੱਗਦਾ ਵੀ ਬੰਦਾ ਧਰਮ ਦੇ ਕੰਮ ਕਰ ਰਿਹਾ। ਦੂਜਾ, ਉਹ ਕੁਝ ਬਾਹਰੀ ਤੌਰ ਦੇ ਉੱਤੇ ਜੋ ਪ੍ਰੋਟੋਕਾਲ ਹੁੰਦਾ ਹੈ ਕਿਸੇ ਮਜ਼ਹਬ ਦਾ, ਧਰਮ ਸਥਾਨ ਦਾ, ਉਹ ਪੂਰਾ ਵੀ ਕਰਦਾ। ਆਮ ਬੰਦੇ ਦੀ ਉਹਦੇ ਪ੍ਰਤੀ ਦ੍ਰਿਸ਼ਟੀ ਕੀ ਹੈ? ਇਹ ਤਾਂ ਬਹੁਤ ਬੰਦਾ ਰੱਬ ਦੇ ਨੇੜੇ, ਇਹ ਪਾਠ ਪੂਜਾ ਕਰਦਾ ਹੈ, ਧਰਮ ਗ੍ਰੰਥ ਪੜ੍ਹਦਾ ਹੈ, ਧਰਮ ਦਾ ਪਹਿਰਾਵਾ ਪਹਿਨਦਾ ਹੈ। ਜੇਕਰ, ਅਗਲੀ ਗੱਲ ਨੂੰ ਧਿਆਨ 'ਚ ਰੱਖਣਾ, ਜੇਕਰ ਉਸ ਬੰਦੇ ਦੇ ਅੰਦਰ ਕਪਟ ਹੈ, ਖੋਟ ਹੈ, ਤਾਂ ਉਹ ਝੂਠ ਨੂੰ ਕਿਸ ਤਰ੍ਹਾਂ ਤੁਹਾਡੇ ਸਾਹਮਣੇ, ਉਹ ਇਹ ਥੋੜ੍ਹਾ ਕਹੇਗਾ ਮੈਂ ਤੁਹਾਨੂੰ ਝੂਠ ਬੋਲਣ ਲੱਗਿਆ। ਸੁਣੋ, ਮੰਨ ਲਓ ਮੈਂ ਇੱਥੇ ਬੈਠਾ, ਮੈਂ ਤੁਹਾਨੂੰ ਕਹਾਂ ਜੀ ਮੈਂ ਝੂਠ ਬੋਲਣ ਲੱਗਿਆ, ਮੇਰਾ ਝੂਠ ਸੁਣੋ, ਤੁਸੀਂ ਮੇਰੇ ਤੇ ਬਿਲੀਵ ਕਰੋਗੇ? ਬਿਲਕੁਲ ਨਹੀਂ ਕਰੋਗੇ। ਤੁਸੀਂ ਮੇਰਾ ਵਿਰੋਧ ਕਰੋਗੇ, ਤੁਸੀਂ ਮੈਨੂੰ ਇਹ ਕਰੋਗੇ ਤੈਨੂੰ ਲੱਜਾ ਹੋਣੀ ਚਾਹੀਦੀ ਹੈ, ਧਰਮ ਸਥਾਨ ਤੇ ਬਹਿ ਕੇ ਤੂੰ ਝੂਠ ਬੋਲ ਰਿਹਾ, ਸਾਨੂੰ ਗੁੰਮਰਾਹ ਕਰ ਰਿਹਾ, ਧੋਖਾ ਦੇ ਰਿਹਾ, ਪਾਪ ਕਰ ਰਿਹਾ। ਪਰ ਬੋਲਣਾ ਮੈਂ ਝੂਠ ਹੈ, ਹੁਣ ਮੈਂ ਕਿਵੇਂ ਬੋਲਾਂ? ਉਹਦੇ ਲਈ ਮੇਰੇ ਕੋਲ ਇੱਕ ਤਰੀਕਾ, ਇੱਕ ਤਕਨੀਕ ਹੈ, ਉਹਨੂੰ ਮੈਂ ਸ਼ਿੰਗਾਰ ਕੇ ਬੋਲਣਾ। ਧਰਮ ਦੀ ਮੋਹਰ ਲਾ ਕੇ ਜੇ ਮੈਂ ਬੋਲਦਿਆਂ ਤੇ ਤੁਸੀਂ ਉਹਨੂੰ ਝੋਲੀ ਅੱਡ ਕੇ ਲੈ ਜਾਓਗੇ, ਤੁਸੀਂ ਨਾ ਨਹੀਂ ਕਰੋਗੇ, ਕਿਉਂਕਿ ਤੁਹਾਡੇ ਅੰਦਰ ਡਰ ਹੈ ਜੇ ਨਾ ਮੰਨੀ ਇਹਦੀ ਗੱਲ, ਖੋਰੇ ਕੁਝ ਵਿਗੜ ਨਾ ਜਾਏ। ਉਹ ਡਰ ਮੈਂ ਕੈਸ਼ ਕਰਨਾ ਹੈ, ਉਸ ਡਰ ਦੇ ਆਸਰੇ ਦੇ ਉੱਤੇ ਹੀ ਲੋਕ ਮਨਾਂ ਦੇ ਉੱਤੇ ਮੈਂ ਹਕੂਮਤ ਕਰਨੀ। ਜਿਹਨੂੰ ਇਹ ਟ੍ਰਿਕ ਆ ਜਾਂਦਾ ਹੈ ਨਾ, ਉਹ ਲੋਕਾਂ ਦੇ ਮਨਾਂ ਨਾਲ ਖੇਡਦਾ, ਉਹਨਾਂ ਨੂੰ ਚਲਾਉਂਦਾ ਕਠਪੁਤਲੀਆਂ ਵਾਂਗ, ਲੋਕ ਚੱਲਦੇ ਨੇ। ਕਿੰਨੀ ਦੁਨੀਆ ਪਈ ਹੈ, ਆਪਣੀ ਅਜ਼ਮਤ ਲਟਾਉਂਦੀ ਹੈ, ਦੌਲਤ ਲਟਾਉਂਦੀ ਹੈ। ਜਿੰਨੇ ਕੋਈ ਇਹ ਵੇਖਿਆ ਗਿਆ ਅੱਜ ਤੱਕ ਮਜ਼ਹਬ ਦੇ ਨਾਂ ਤੇ, ਜਿੰਨੇ ਕੋਈ ਭਰਮ ਭੁਲੇਖੇ, ਉਲਝਣਾ, ਸ਼ੱਕ, ਸੰਸ਼ੇ, ਵਹਿਮ ਪਾ ਕੇ ਦੁਨੀਆ ਨੂੰ ਲੁੱਟੀ ਜਾ, ਦੁਨੀਆ ਬੜੀ ਖੁਸ਼ ਰਹਿੰਦੀ ਹੈ, ਕਿਉਂਕਿ ਉਹਨਾਂ ਅੰਦਰ ਡਰ ਹੈ। ਉਹਨਾਂ ਨੂੰ ਲੱਗਦਾ ਵੀ ਇਹ ਬੰਦਾ ਸਾਡਾ ਭਲਾ ਕਰ ਰਿਹਾ, ਖੌਰੇ ਸਾਨੂੰ ਗਾਂਹ ਕੀ ਮਿਲ ਜਾਣਾ। ਉਹ ਖੁਸ਼ੀ ਖੁਸ਼ੀ ਉਹ ਸਾਰਾ ਭਾਰ ਚੁੱਕਦੇ ਰਹਿੰਦੇ ਨੇ। ਤੇ ਉਸ ਮਾਸ਼ਰੇ ਵਿੱਚ, ਐਸੇ ਸਮਾਜ ਜਾਂ ਐਸੇ ਇਨਵਾਇਰਮੈਂਟ ਵਿੱਚ, ਐਸੇ ਮਾਹੌਲ ਵਿੱਚ ਕੋਈ ਬੰਦਾ ਆ ਕੇ ਕਹਿ ਦੇ ਤੇ ਗਲਤ ਹੋ ਰਿਹਾ, ਤੇ ਜਿੰਨਾ ਲੋਕਾਂ ਦਾ ਤੁਸੀਂ ਭਾਰ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਨਾ, ਉਹ ਲੋਕ ਤੁਹਾਨੂੰ ਪੱਥਰ ਮਾਰਨਗੇ, ਕਹਿਣਗੇ ਬੰਦਾ ਪਾਗਲ ਹੈ, ਕਿਉਂਕਿ ਉਹਨਾਂ ਨੂੰ ਭਾਰ ਚੁੱਕਣ ਦਾ ਸ਼ੌਂਕ ਹੈ, ਇੱਕ ਨੂੰ ਚੁਕਾਉਣ ਦਾ ਸ਼ੌਂਕ ਹੈ। ਦੋਵਾਂ ਦੇ ਹਿੱਤ ਪੂਰੇ ਹੋ ਰਹੇ ਨੇ। ਇੱਕ ਭਰਮ 'ਚ ਰਹਿਣਾ ਚਾਹੁੰਦੇ ਨੇ, ਦੂਜਾ ਭਰਮ ਪਾ ਕੇ ਸਵਾਰਥ ਵਿੱਚ ਲੁੱਟਣਾ ਚਾਹੁੰਦਾ ਹੈ। ਜਿਹੜਾ ਤੀਜਾ ਬੰਦਾ ਦੱਸਣ ਆਇਆ ਹੈ ਨਾ, ਉਹ ਬੁਰਾ ਹੀ ਬਣੇਗਾ। ਉਹਦੀ ਗੱਲ ਤੇ ਕੌਣ ਯਕੀਨ ਕਰੇਗਾ? ਮੈਂ ਇੱਕ ਉਦਾਹਰਨ ਦੇ, ਕਿਸੇ ਖੋਟੇ ਔਰ ਕਪਟੀ ਆਦਮੀ ਜਿਹੜਾ ਕਿ ਸਾਧੂ ਦੇ ਲਿਬਾਸ ਵਿੱਚ ਜਾਂ ਸਾਧੂ ਬਣ ਕੇ ਦੁਨੀਆ ਸਾਹਮਣੇ ਪਖੰਡ ਕਰ ਰਿਹਾ ਸੀ, ਉਹਦਾ ਇੱਕ ਸੇਵਕ ਉਹਦੇ ਕੋਲ, ਉਹਦੀ ਨਾਰਾਜ਼ਗੀ ਹੋ ਗਈ। ਆਮ ਤੌਰ ਤੇ ਤੁਸੀਂ ਵੇਖੋਗੇ ਇੱਕ ਸਮਾਜ ਦਾ ਜਾਂ ਅਸੀਂ ਰਿਸ਼ਤਿਆਂ ਦਾ ਜਦੋਂ ਅਧਿਐਨ ਕਰੀਏ ਤੇ ਇੱਕ ਗੱਲ, ਜਿਹੜਾ ਤੁਹਾਡਾ ਸਭ ਤੋਂ ਨਜ਼ਦੀਕੀ ਹੋਏਗਾ ਨਾ, ਜਿਸ ਦਿਨ ਉਹ ਵੈਰੀ ਬਣ ਜਾਏਗਾ ਤੁਹਾਡਾ, ਸਭ ਤੋਂ ਵੱਧ ਤਕਲੀਫ ਹੀ ਤੁਹਾਨੂੰ ਉਹ ਦੇਗਾ, ਸਭ ਤੋਂ ਵੱਧ। ਔਰ ਜਿੰਨੇ ਅੱਜ ਤੱਕ ਪਖੰਡੀਆਂ ਦਾ ਵਿਰੋਧ ਜਿੰਨਾ ਉਹਨਾਂ ਦੇ ਘਰ ਤੋਂ ਹੋਇਆ, ਬਾਹਰੋਂ ਕਿਤੇ ਨਹੀਂ ਹੋਇਆ। ਫਸਾਇਆ ਵੀ ਉਹਨਾਂ ਨੂੰ ਉਹਨਾਂ ਦੇ ਡਰਾਈਵਰਾਂ ਨੇ, ਉਹਨਾਂ ਦੇ ਗੜਵਈਆਂ ਨੇ, ਕਿਉਂਕਿ ਉਹ ਜਾਣਦੇ ਸਨ, ਉਹ ਭਾਗੀਦਾਰ ਰਹੇ ਸਨ। ਤੇ ਜਦੋਂ ਵਿਗੜ ਗਈ ਉਦੋਂ ਫਸਾਏ ਵੀ ਉਹਨਾਂ ਨੇ। ਉਹਦੀ ਜਦੋਂ ਵਿਗੜ ਗਈ ਨਾ, ਉਸ ਚੇਲੇ ਦੀ, ਆਪਣੇ ਬਾਬੇ ਨਾਲ, ਸਾਧੂ ਨਾਲ, ਜੋ ਵੀ ਉਹ ਸੀ, ਉਹਨੇ ਕਿਹਾ, ਉਹਨੇ ਧਮਕੀ ਦਿੱਤੀ, ਕਹਿਣ ਲੱਗਾ ਵੀ ਹੁਣ ਮੈਂ ਤੈਨੂੰ ਬਖਸ਼ਣਾ ਨਹੀਂ। ਤਾਂ ਉਹ ਕਹਿਣ ਲੱਗਿਆ ਵੀ ਤੂੰ ਮੇਰਾ ਕੀ ਕਰ ਲਏਗਾ? ਉਹ ਡੇਰੇਦਾਰ ਜਿਹੜਾ ਸੀ, ਉਹ ਕਹਿੰਦਾ ਤੂੰ ਮੇਰਾ ਕੀ ਕਰ ਲਏਗਾ? ਕਹਿੰਦਾ ਮੈਂ ਦੁਨੀਆ ਨੂੰ ਜਾ ਕੇ ਦੱਸਾਂਗਾ ਵੀ ਤੂੰ ਪਖੰਡੀ ਹੈ, ਤੇਰੇ ਪੱਲੇ ਹੈ ਕੁਝ ਨਹੀਂ, ਨਾ ਤੂੰ ਧਰਮੀ ਹੈ, ਨਾ ਤੂੰ ਤਾਂ ਚੰਗਾ ਬੰਦਾ ਵੀ ਨਹੀਂ। ਇੱਕ ਸਮਾਜ ਵਿੱਚ ਵਿਚਰਨ ਵਾਲੇ ਬੰਦੇ ਤੋਂ ਵੀ ਆਪਾਂ ਉਮੀਦ ਕਰਦੇ ਵੀ ਇਹ ਕੁਝ ਸ਼ਰਮ ਧਰਮ ਰੱਖ ਕੇ ਸੰਸਾਰ 'ਚ ਵਿਚਰੇਗਾ, ਕਿਸੇ ਨਾਲ ਨਿਆਂ ਕਰੇਗਾ, ਕਿਸੇ ਦਾ ਬੁਰਾ ਤੇ ਨਹੀਂ ਘੱਟੋ ਘੱਟ ਕਰੇਗਾ ਨਾ। ਪਰ ਤੇਰੇ ਵਿੱਚ ਤਾਂ ਇੰਨੀ ਗਿਰਾਵਟ ਹੈ, ਜੇ ਮੈਂ ਤੇਰੇ ਪੋਤੜੇ ਫੋਲਣ ਲੱਗਿਆ ਨਾ, ਤੇਰੀਆਂ ਕਹਾਣੀਆਂ, ਕਥਾ, ਤੇਰੀਆਂ ਗੱਲਾਂ ਲੋਕਾਂ ਨੂੰ ਦੱਸਣ ਲੱਗਾ ਵੀ ਤੂੰ ਕੀ ਕੀ ਕੀਤਾ ਹੈ ਤੇ ਕੀ ਕੀ ਹੁਣ ਤੱਕ ਕਰਦਾ ਆ ਰਿਹਾ, ਲੋਕ ਤੈਨੂੰ ਪੱਥਰ ਮਾਰਨਗੇ। ਜਦੋਂ ਉਹਨੇ ਧਮਕੀ ਦਿੱਤੀ ਨਾ,
ਤਾਂ ਉਹ ਡੇਰੇਦਾਰ ਹੱਸ ਪਿਆ, ਕਹਿੰਦਾ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦਾ, ਮੈਂ ਚਾਹੁੰਦਾ ਵੀ ਤੂੰ ਲੋਕਾਂ ਨੂੰ ਜਾ ਕੇ ਦੱਸੇ। ਉਹ ਸਾਬਕਾ ਚੇਲਾ ਬੜਾ ਹੈਰਾਨ ਹੋਇਆ, ਕਹਿਣ ਲੱਗਾ ਵੀ ਤੁਹਾਨੂੰ ਡਰ ਨਹੀਂ ਆਉਂਦਾ ਜਦੋਂ ਮੈਂ ਲੋਕਾਂ ਨੂੰ ਦੱਸਿਆ ਤੁਹਾਡਾ ਲੋਕ ਹਸ਼ਰ ਕੀ ਕਰਨਗੇ? ਕਹਿੰਦਾ ਬਿਲਕੁਲ ਨਹੀਂ ਆਉਂਦਾ। ਕਹਿੰਦਾ ਤੂੰ ਕੀ ਸੋਚਿਆ? ਇਹ ਜਿਹੜੇ ਮੈਂ ਹਜ਼ਾਰਾਂ ਚੇਲੇ ਪਾਲੇ ਨੇ, ਮੈਨੂੰ ਨਹੀਂ ਪਤਾ ਵੀ ਕੱਲ ਨੂੰ ਇਹ ਵਿਗੜ ਗਏ ਤੇ ਮੇਰਾ ਕੀ ਨੁਕਸਾਨ ਕਰਨਗੇ। ਇਹਦਾ ਬਾਹਰ ਨੂੰ ਮੈਂ ਪਹਿਲਾਂ ਹੀ ਬੰਨ੍ਹ ਕੇ ਰੱਖਿਆ। ਜਿਨ੍ਹਾਂ ਲੋਕਾਂ ਨੇ ਮੇਰੇ ਕੋਲ ਨਹੀਂ ਆਉਣਾ ਉਹਨਾਂ ਨਹੀਂ ਆਉਣਾ, ਉਹ ਤਾਂ ਪਹਿਲਾਂ ਹੀ ਮੇਰੇ ਆਪੋਜੀਸ਼ਨ 'ਚ ਖੜੇ ਨੇ, ਵਿਰੋਧ 'ਚ ਖੜੇ ਨੇ। ਜਿਨ੍ਹਾਂ ਨੂੰ ਮੈਂ ਦਹਾਕਿਆਂ ਤੋਂ ਆਪਣੇ ਪੈਰਾਂ ਤੇ ਝੁਕਾਇਆ ਨਾ, ਉਹਨਾਂ ਦੇ ਮਨਾਂ ਤੇ ਇੰਨਾ ਕੁ ਕੰਟਰੋਲ ਕੀਤਾ ਹੈ ਕਿ ਕੋਈ ਮੇਰਾ ਸੱਚ ਵੀ ਜਾ ਕੇ ਉਹਨਾਂ ਨੂੰ ਦੱਸੇ ਤਾਂ ਉਹ ਯਕੀਨ ਨਹੀਂ ਕਰਨਗੇ। ਇੰਨਾ ਕੁ ਮੈਂ ਤਿਆਰ ਉਹਨਾਂ ਨੂੰ ਪਹਿਲਾਂ ਹੀ ਕਰ ਲੈਣਾ, ਇੰਨਾ ਕੁ ਮੈਂ ਉਹਨਾਂ ਨੂੰ ਪਹਿਲਾਂ ਹੀ ਸਿਖਾ ਲੈਣਾ। ਵੇਖੋ ਜੀ ਕਲਯੁਗ ਹੈ, ਸਾਡੇ ਵਰਗੇ ਨੇਕ ਬੰਦਿਆਂ ਨੂੰ ਵੀ ਦੁਨੀਆ ਕਿੱਥੇ ਬਖਸ਼ਦੀ ਹੈ। ਉਹਨਾਂ ਨੂੰ ਮੈਂ ਪਹਿਲਾਂ ਹੀ ਦੱਸਿਆ ਹੋਇਆ। ਤੇ ਰਹੀ ਗੱਲ ਤੇਰੀ, ਉਹ ਕਹਿਣ ਲੱਗਾ ਮੇਰੀ ਗੱਲ ਤੇ ਤਾਂ ਯਕੀਨ ਕਰਨਗੇ, ਮੈਂ ਤੇਰੇ ਨਾਲ ਇੰਨੇ ਸਾਲ ਬਿਤਾਏ, ਤੇਰਾ ਇੰਨਾ ਨੇੜੇ ਰਿਹਾ, ਮੇਰੀ ਗੱਲ ਤਾਂ ਬੜੇ ਧਿਆਨ ਨਾਲ ਸੁਣੀ ਜਾਣੀ ਹੈ। ਕਹਿਣ ਲੱਗਾ ਇਹਦਾ ਵੀ ਇਲਾਜ ਮੇਰੇ ਕੋਲ ਹੈ, ਮੈਂ ਆਪਣੇ ਲੋਕ ਟੁੱਟਣ ਨਹੀਂ ਦਿਆਂਗਾ। ਚੇਲਾ ਕਹਿਣ ਲੱਗਾ ਤੂੰ ਕੀ ਆਖੇਂਗਾ? ਕਹਿੰਦਾ ਇੱਕੋ ਗੱਲ ਕਹਿਣੀ ਹੈ, ਇਹਨੂੰ ਬ੍ਰਹਮ ਗਿਆਨ ਦਿੱਤਾ ਸੀ, ਇਹਨੇ ਕਮਾਈ ਨਹੀਂ ਕੀਤੀ, ਉਲਟਾ ਪੈ ਗਿਆ, ਪਾਗਲ ਹੋ ਗਿਆ, ਕਮਲਾ ਹੋ ਗਿਆ। ਜਿਹੜੀ ਇਹਨੂੰ ਮੈਂ ਦਾਤ ਬਖਸ਼ ਰਿਹਾ ਸਾਂ, ਇਹਦੀ ਕਮਾਈ ਨਹੀਂ ਕਰ ਸਕਿਆ, ਇਸ ਕਰਕੇ ਇਹਦਾ ਮਾਨਸਿਕ ਤਵਾਜ਼ਨ ਵਿਗੜ ਗਿਆ, ਹਿੱਲ ਗਿਆ। ਇਸ ਕਰਕੇ ਨਿੰਦਿਆ ਚੁਗਲੀ ਕਰਦਾ ਹੈ। ਹੁਣ ਵੇਖੋ, ਨਿੰਦਿਆ ਬੁਰੀ ਚੀਜ਼ ਹੈ, ਪਰ ਕਪਟੀ ਬੰਦਾ ਨਿੰਦਿਆ ਨੂੰ ਕਿਵੇਂ ਵਰਤਦਾ ਹੈ? ਉਹ ਨਿੰਦਿਆ ਦਾ ਡਰਾਵਾ ਦੇ ਕੇ ਕਿਵੇਂ ਦੁਨੀਆ ਨੂੰ ਉਲਝਾ ਲੈਂਦਾ ਹੈ। ਜਾਨੀ ਕਿ ਟ੍ਰਿਕ ਹੈ ਲੋਕ ਮਨਾਂ ਨਾਲ ਖੇਡ ਲੈਣਾ। ਇਹ ਵੀ ਇੱਕ ਵਿਦਿਆ ਕਹਿ ਲਓ, ਇੱਕ ਐਜੂਕੇਸ਼ਨ ਕਹਿ ਲਓ, ਪਰ ਬੜੀ ਚਤੁਰਾਈ ਭਰੀ, ਬੜੀ ਕਪਟ ਭਰੀ ਐਜੂਕੇਸ਼ਨ, ਸਿੱਖਿਆ। ਵੀ ਉਹ ਲੋਕ ਭਲੇ ਲਈ ਨਹੀਂ, ਬਲਕਿ ਲੋਕਾਂ ਨੂੰ ਆਪਣੇ ਮਗਰ ਤੋਰੀ ਰੱਖਣ ਵਾਸਤੇ ਸਾਰਾ ਕੁਝ ਚੱਲਦਾ ਰਹਿੰਦਾ, ਤੇ ਲੋਕ ਕਰੀ ਜਾਂਦੇ ਨੇ ਉਸੇ ਤਰੀਕੇ ਨਾਲ। ਤੇ ਜਦੋਂ ਭਗਤ ਕਬੀਰ ਜੀ ਮਹਾਰਾਜ ਬਖਸ਼ਿਸ਼ ਕਰਦੇ ਨਾ ਆਪਣੇ ਸ਼ਲੋਕ ਵਿੱਚ, ਜੇ ਮਾਰਗ ਪੰਡਤ ਗਏ ਪਛ ਹੈ ਪਰੀ ਵਹੀਰ। ਵਹੀਰ ਦਾ ਮਤਲਬ ਕੀ ਹੁੰਦਾ? ਭੀੜ ਦੀ ਭੀੜ ਹੀ ਮਗਰ ਤੁਰ ਪੈ ਕਿਸੇ ਦੇ। ਇਹ ਕਵਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਪਰ ਕਬੀਰ ਜੀ ਵਰਗੇ ਮਹਾਂਪੁਰਖਾਂ ਦਾ, ਭਗਤਾਂ ਦਾ, ਇਨਕਲਾਬੀ ਸਤਪੁਰਖਾਂ ਦਾ ਜਿਹੜਾ ਮਾਰਗ, ਉੱਥੇ ਕੋਈ ਬਹੁਤੀਆਂ ਭੀੜਾਂ ਨਹੀਂ ਹੋਣਗੀਆਂ। ਉੱਥੇ ਤੇ ਉਹੀ ਤੁਰਨਗੇ ਜਿਹੜੇ ਚੇਤੰਨ ਹੋਣਗੇ, ਜਿਨ੍ਹਾਂ ਦੀ ਸੁਰਤੀ ਦੀ ਅੱਖ ਖੁੱਲੀ ਹੋਏਗੀ, ਜਿਨ੍ਹਾਂ ਨੇ ਕੁਝ ਪਾਇਆ ਹੋਏਗਾ, ਜਿਨ੍ਹਾਂ ਨੇ ਕੁਝ ਜਾਣਨਾ ਹੋਏਗਾ, ਜਿਨ੍ਹਾਂ ਅੰਦਰ ਕੁਝ ਉਤਸੁਕਤਾ ਹੋਏਗੀ, ਜਿਹੜੇ ਚਾਨਣ ਨਾਲ ਪ੍ਰੇਮ ਕਰਦੇ ਹੋਣਗੇ, ਜਿਹੜੇ ਪ੍ਰਕਾਸ਼ ਵਿੱਚ ਜੀਣ ਦੀ ਚਾਹਨਾ ਰੱਖਦੇ ਹੋਣਗੇ। ਹਨੇਰੇ ਵਾਲੇ ਇੱਕ ਤਰਫ ਹੋਣਗੇ। ਔਰ ਸਿਤਮ ਜ਼ਰੀਫੀ ਇਹ ਹੁੰਦੀ ਹੈ ਵੀ ਅੰਧਕਾਰ ਹਨੇਰੇ 'ਚ ਠੋਕਰਾਂ ਤੇ ਟੱਕਰਾਂ ਖਾਣ ਵਾਲੀ ਬਹੁ ਗਿਣਤੀ ਜਿਹੜੀ ਹੈ, ਉਹ ਚਾਨਣ ਵਿੱਚ ਤੁਰਨ ਵਾਲਿਆਂ ਨੂੰ ਅੰਨੇ ਦੱਸਦੀ ਹੈ, ਬੋਰੇ ਦੱਸਦੀ ਹੈ, ਝੱਲੇ ਦੱਸਦੀ ਹੈ, ਔਰ ਉਹਨਾਂ ਨਾਲ ਉਹਨਾਂ ਦੇ ਕਤਲ ਵੀ ਕਰ ਦਿੰਦੀ ਹੈ ਤੇ ਕਹਿੰਦੀ ਅਸੀਂ ਸਹੀ ਕੀਤਾ, ਇਹ ਬੰਦੇ ਖਤਰਨਾਕ ਸਨ। ਇਹ ਚੱਲਦਾ ਹੈ। ਜਿੱਦਾਂ ਇਤਿਹਾਸ ਦੇ ਪੰਨਿਆਂ ਚੋਂ ਧਰਮਾਂ ਦੀ ਜਦੋਂ ਅਸੀਂ ਸਟੱਡੀ ਕਰੀਏ ਤਾਂ ਉਹਨਾਂ ਵਿੱਚੋਂ ਵੀ ਸਾਨੂੰ ਇਹ ਗੱਲਾਂ ਬਹੁਤ ਲੱਭ ਜਾਂਦੀਆਂ। ਤੋ ਇੱਥੇ ਭਗਤ ਜੀ ਮਹਾਰਾਜ ਕੀ ਕਹਿ ਰਹੇ ਨੇ? ਫਰਮਾਉਂਦੇ ਨੇ ਕਿ ਐਸੇ ਲੋਕ ਜਿਨ੍ਹਾਂ ਨੂੰ ਇਹ ਸਿਖਾ ਦਿੱਤਾ ਗਿਆ, ਜਿਨ੍ਹਾਂ ਦਾ ਇਹ ਬਲੀਵ ਹੈ, ਜਿਨ੍ਹਾਂ ਨੇ ਮਨ ਅੰਦਰੇ ਭਰਮ ਪਾੜ ਲਿਆ, ਉਹ ਆਪਣੇ ਜੀਵਨ ਵੱਲ ਧਿਆਨ ਨਹੀਂ ਦਿੰਦੇ। ਉਹ ਕਈ ਮਨ ਕਰਕੇ ਉਹ ਨਰਕ ਹੰਢਾ ਰਹੇ ਹੁੰਦੇ ਨੇ, ਲਾਲਸਾ ਸਵਰਗ ਦੀ ਪਾਲ ਰਹੇ ਹੁੰਦੇ, ਕਿਉਂਕਿ ਕੁਝ ਗਿਣਤੀ ਦੇ ਕੰਮਾਂ ਦੇ ਆਸਰੇ ਦੇ ਉੱਤੇ। ਤਾਂ ਭਗਤ ਜੀ ਨੇ ਬੜੀ ਬਾਕਮਾਲ ਔਰ ਖੂਬਸੂਰਤ ਵਿਆਖਿਆ ਕੀਤੀ ਹੈ। ਫਰਮਾ ਰਹੇ ਨੇ, ਆਖਦੇ ਹਨ ਨਾ ਜਾਣਾ ਬੈਕੁੰਠ ਕਹਾਂ। ਇਹ ਲੋਕ ਜਿਹੜੀਆਂ ਗੱਲਾਂ ਇੱਥੇ ਕਰਦੇ ਨੇ ਵੀ ਮੈਂ ਬੈਕੁੰਠ ਵਿੱਚ ਜਾਣਾ ਹੈ, ਜਾਨ ਜਾਨ ਸਭ ਕਹੇ ਤਹਾਂ ਹੀ, ਮੈਂ ਜਾਣਾ ਹੈ, ਅਸੀਂ ਸਵਰਗ ਜਾਣਾ ਹੈ, ਅਸੀਂ ਸਵਰਗ ਜਾਣਾ ਹੈ, ਅਸੀਂ ਉੱਥੇ ਪਹੁੰਚਣਾ ਹੈ। ਭਗਤ ਜੀ ਆਖਦੇ ਨਾ ਜਾਣਾ, ਪਤਾ ਨਹੀਂ ਇਹਨਾਂ ਦੇ ਅੰਦਰ ਜਿਹੜਾ ਇਹ ਸਵਰਗ ਦਾ ਭਰਮ ਹੈ ਇਹ ਕਿੱਥੇ ਹੈ। ਮੈਨੂੰ ਤਾਂ ਪਤਾ ਨਹੀਂ, ਮੈਨੂੰ ਤਾਂ ਨਜ਼ਰ ਨਹੀਂ ਆਉਂਦਾ ਵੀ ਇਹ ਬੰਦੇ ਕਿਸੇ ਜਗ੍ਹਾ ਪਹੁੰਚਣ ਵਾਲੇ ਨੇ, ਜਾਂ ਜੋ ਇਹ ਭਰਮ, ਜੋ ਇਹ ਰੱਟਾ ਮਾਰ ਰਹੇ ਨੇ, ਕਿੱਥੇ ਜਾਣਾ ਹੈ ਇਹਨਾਂ ਨੇ। ਇਹਨਾਂ ਦੀ ਮਨੋਦਸ਼ਾ ਦਾ ਕੋਈ
ਕਿਆਸ ਨਹੀਂ ਕੀਤਾ ਜਾ, ਹਨੇਰੇ ਵਿੱਚ ਟੱਕਰ ਹੈ, ਇਹਦਾ ਕੋਈ ਰਿਜ਼ਲਟ ਨਹੀਂ ਕੱਢਿਆ ਜਾ ਸਕਦਾ। ਜਾਨ ਜਾਨ ਸਭ ਕਹੇ ਤਹਾਂ ਹੈ, ਬਸ ਇੱਕੋ ਰੱਟ ਹੈ ਵੀ ਅਸੀਂ ਆਹ ਕੰਮ ਕੀਤੇ ਨੇ, ਅਸੀਂ ਸਵਰਗ ਜਾਵਾਂਗੇ, ਸਵਰਗ ਜਾਵਾਂਗੇ। ਆਰੰਭ ਦੇ ਵਾਕ ਵਿੱਚ ਫਰਮਾਉਂਦੇ ਨੇ, ਜੋ ਜਨ ਪਰਮਿਤ ਪਰਮਨ ਜਾਨਾ, ਬਾਤਨ ਹੀ ਬੈਕੁੰਠ ਸਮਾਨਾ। ਕਹਿੰਦੇ ਨੇ ਕੁਝ ਲੋਕ ਉਹ ਵੀ ਹਨ ਜਿਹੜੇ ਪਰਮਿਤ, ਮਿਤ ਮਤਲਬ ਹੁੰਦਾ ਹੈ ਕਿਸੇ ਚੀਜ਼ ਦਾ ਅੰਦਾਜ਼ਾ ਲਾਉਣਾ। ਪਾਣੀ ਚ ਆਪਣਾ ਤੇਰੀ ਤੁਮਰੀ ਗਤ ਮਿਤ ਤੁਮ ਹੀ ਜਾਣੇ, ਮਿਤ ਦਾ ਮਤਲਬ ਕੀ ਹੈ? ਅੰਦਾਜ਼ਾ। ਕੋਈ ਚੀਜ਼ ਕਿੰਨੀ ਕੁ ਹੈ ਉਹਨੂੰ ਜਾਣ ਲੈਣਾ, ਉਹਨੂੰ ਆਪਾਂ ਕਹਿੰਦੇ ਮਿਤ। ਗਤ ਦਾ ਮਤਲਬ ਅਵਸਥਾ, ਲੈਵਲ, ਤੇ ਮਿਤ ਦਾ ਮਤਲਬ ਹੈ ਕਿੰਨੀ ਕੁ ਵੱਡੀ ਚੀਜ਼ ਹੈ, ਉਹਦਾ ਦਾਇਰਾ ਕਿੱਡਾ ਕੁ ਹੈ, ਉਹ ਚੀਜ਼ ਬਾਰੇ ਜਾਣ ਲੈਣਾ, ਉਹਨੂੰ ਕਹਿੰਦੇ ਮਿਤ। ਗੁਰਬਾਣੀ ਕਹਿੰਦੀ ਹੈ ਸਿਰਜਣਹਾਰ ਪਰਮੇਸ਼ਰ ਵਾਹਿਗੁਰੂ ਦੀ ਨਾ ਕੋਈ ਗਤ ਜਾਣ ਸਕਦਾ ਤੇ ਨਾ ਕੋਈ ਮਿਤ ਜਾਣ ਸਕਦਾ। ਜਿਹੜਾ ਦਾਅਵਾ ਕਰਦਾ ਨਾ ਮੈਂ ਜਾਣ ਗਿਆ, ਜਿਹੜਾ ਕਹਿੰਦਾ ਮੈਂ ਜਾਣ ਗਿਆ, ਸਮਝੋ ਇਹ ਦਾਅਵਾ ਕਰਦਾ ਵੀ ਮੇਰੇ ਕੋਲ ਜਿਹੜਾ ਛੋਟਾ ਪਿਆਲਾ ਉਹਦੇ ਚ ਮੈਂ ਸਮੁੰਦਰ ਪਾ ਸਕਦਾ, ਉਹ ਇਹ ਦਾਅਵਾ ਕਰਦਾ। ਤੇ ਇਸ ਦਾਅਵੇ ਨਾਲ ਕੌਣ ਸਹਿਮਤ ਹੋ ਸਕਦਾ? ਤੇ ਇਸ ਵਾਸਤੇ ਫਰਮਾਉਂਦੇ ਨੇ, ਜੋ ਜਨ, ਜਿਹੜਾ ਬੰਦਾ, ਜਿਹੜਾ ਇਨਸਾਨ ਪਰਮਿਤ, ਜਿਹੜਾ ਮਿਤ ਤੋਂ ਪਰੇ ਹੈ ਵਾਹਿਗੁਰੂ, ਜਿਹੜਾ ਉਹਦੇ ਬਾਰੇ ਦਾਅਵਾ ਕਰਦਾ ਨਾ ਵੀ ਮੈਂ ਤਾਂ ਜੀ ਉਹਨੂੰ ਜਾਣ ਲਿਆ, ਤਾਂ ਕਿਹੜੀ ਮੇਰੇ ਲਈ ਤਾਂ ਕੋਈ ਔਖੀ ਗੱਲ ਹੀ ਨਹੀਂ। ਪਰ ਮਨ, ਜਿਹੜਾ ਮਨ ਦੀ ਫੁਰਨਿਆਂ ਤੋਂ ਵੀ ਪਰੇ ਹੈ, ਜਿਹੜਾ ਕਹਿੰਦਾ ਨਾ ਜੀ ਮੈਂ ਤਾਂ ਉਹਨੂੰ ਮਨ ਦੇ ਵੇਗ ਨਾਲ ਜਾਣ ਲਿਆ, ਮੁਕੰਮਲ ਜਾਣ ਲਿਆ, ਜਿਹੜਾ ਦਾਅਵਾ ਕਰਦਾ। ਇੱਥੇ ਭਾਵ ਹੈ ਜਿਹੜਾ ਦਾਅਵਾ ਕਰਦਾ ਹੈ ਉਸ ਵਾਹਿਗੁਰੂ ਬਾਰੇ ਕਿ ਜੋ ਮੈਂ ਜਾਣਿਆ ਕੋਈ ਨਹੀਂ ਜਾਣ ਸਕਦਾ, ਜਾਂ ਮੈਂ ਸਭ ਕੁਝ ਜਾਣ ਲਿਆ ਹੈ। ਬਾਤਨ ਹੀ ਬੈਕੁੰਠ ਸਮਾਨਾ, ਤੇ ਜਿਹੜਾ ਗੱਲਾਂ ਬਾਤਾਂ ਨਾਲ ਹੀ ਆਪਣੇ ਆਪ ਨੂੰ ਸਵਰਗ ਦਾ ਵਾਸੀ ਦੱਸਦਾ ਜੀ ਮੇਰਾ ਤਾਂ ਸਵਰਗ ਪੱਕਾ ਹੈ, ਮੈਂ ਤਾਂ ਬੈਕੁੰਠ ਧਾਮ ਵਿੱਚ ਜਾਵਾਂਗਾ ਤੇ ਮੈਂ ਲੋਕਾਂ ਨੂੰ ਲੈ ਵੀ ਜਾਵਾਂਗਾ, ਜਿਹੜਾ ਮੇਰੇ ਰਾਹ ਚੱਲੇਗਾ ਮੈਂ ਲੈ ਜਾਵਾਂਗਾ। ਭਗਤ ਜੀ ਫਰਮਾਉਂਦੇ ਹਨ, ਐਸੇ ਲੋਕਾਂ ਵੱਲ ਵੇਖ ਕੇ ਮੈਂ ਹੈਰਾਨ ਹੁੰਦਾ ਹਾਂ, ਨਾ ਜਾਣਾ ਬੈਕੁੰਠ ਕਾਈ, ਇਹਨਾਂ ਲੋਕਾਂ ਦਾ ਬੈਕੁੰਠ ਖੋਰੇ ਕਿੱਥੇ? ਜਾਣ ਜਾਣ ਸਭ ਕਾ, ਇਹਨਾਂ ਦਾ ਇੱਕੋ ਹੀ ਰਟਾ ਹੈ, ਇੱਕੋ ਹੀ ਖਿਆਲ ਹੈ, ਇੱਕੋ ਹੀ ਧਾਰਨਾ ਹੈ, ਬਸ ਉੱਥੇ ਜਾਣਾ ਹੈ, ਉੱਥੇ ਪਹੁੰਚਣਾ ਹੈ। ਫਿਰ ਅਗਲੇ ਵਾਕ ਵਿੱਚ ਫਰਮਾਉਂਦੇ ਨੇ, ਕਹਿਨ ਕਹਾਵਨ ਨਹਿ ਪਤੀ ਆਈ ਹੈ। ਇਹ ਭਾਈ ਇੱਕ ਗੱਲ ਸਮਝ ਲਓ, ਕਹਿਣ ਨਾਲ ਤੇ ਕਹਾ ਲੈਣ ਨਾਲ ਦੋ ਸ਼ਬਦ ਨੇ, ਕਹਿਣ ਕਹਾਵਨ। ਇੱਕ ਹੁੰਦਾ ਮੈਂ ਖੁਦ ਕਹਿ ਰਿਹਾ, ਇੱਕ ਮੈਂ ਤੁਹਾਨੂੰ ਇੰਨਾ ਕੁ ਤਿਆਰ ਕਰ ਲਵਾਂ ਕਿ ਤੁਹਾਡੇ ਕੋਲੋਂ ਵੀ ਕਹਾ ਲਵਾਂ। ਧਿਆਨ ਵਿੱਚ ਰੱਖਣਾ, ਇੱਕ ਗੱਲ ਮੈਂ ਖੁਦ ਕਹਿਣਾ, ਉਹਦਾ ਇੱਕ ਪ੍ਰਭਾਵ ਹੋਏਗਾ ਤੁਹਾਡੇ ਉੱਤੇ। ਤੇ ਜੇ ਮੈਂ ਤੁਹਾਡੇ ਵਿੱਚੋਂ, ਮੰਨ ਲਓ ਤੁਸੀਂ 50 ਸਰੀਰ ਬੈਠੇ ਹੋ, 50 ਦੇ ਵਿੱਚੋਂ ਮੈਂ 40 ਤਿਆਰ ਕਰ ਲਵਾਂ ਵੀ ਤੁਸੀਂ ਵੀ ਇਹ ਗੱਲ ਕਹਿਣੀ ਹੈ, ਮੇਰੇ ਪ੍ਰਭਾਵ 'ਚ ਆ ਕੇ ਤੁਸੀਂ ਕਹਿਣ ਲੱਗ ਪਓ, ਬਾਕੀ 10 ਦੀ ਪੇਸ਼ ਚੱਲਣੀ ਕੋਈ। ਉਹਨਾਂ ਆਖਣਾ 40 ਬੰਦੇ ਗਲਤ ਥੋੜਾ ਹੋ ਸਕਦੇ ਨੇ, ਉਹਨਾਂ 10 ਵਿੱਚੋਂ ਕਿਸੇ ਨੇ ਬੋਲਣ ਦੀ ਜ਼ਰੂਰਤ ਹੀ ਨਹੀਂ ਕਰਨੀ। ਜੇ ਇੱਕ ਅੱਧਾ ਬੋਲੇਗਾ ਵੀ ਤੇ ਉਹਦੀ ਸੁਣੇਗਾ ਕੌਣ? 40 ਇੱਕ ਪਾਸੇ ਹੋਏ, 10 ਇੱਕ ਪਾਸੇ ਹੋਏ, ਉਹਨਾਂ 10 ਦੇ ਵਿੱਚੋਂ ਜੇ ਕੋਈ ਸੱਚ ਜਾਣਦਾ ਵੀ ਹੋਇਆ ਤੇ 8 ਨੇ ਤਾਂ ਬੋਲਣਾ ਹੀ ਨਹੀਂ, ਤੇ ਨਹੀਂ ਬੋਲਦੇ ਲੋਕ। ਤੇ ਜਿਹੜੇ 2 ਬੋਲਦੇ ਵੀ ਨੇ ਉਹਨਾਂ ਦੀ ਹਾਲਤ ਨਗਾਰਖਾਨੇ ਵਿੱਚ ਤੂਤੀ ਦੀ ਆਵਾਜ਼ ਵਰਗੀ ਹੁੰਦੀ ਹੈ ਵੀ ਸੁਣਦਾ ਹੀ ਕੋਈ ਨਹੀਂ। ਉਹ 8 ਸਗੋਂ ਉਹਨਾਂ ਨੂੰ ਵੀ ਕਹਿੰਦੇ ਚੁੱਪ ਕਰ, ਛੱਡ ਪਰੇ, ਤੇ ਉਹਨਾਂ ਦੋਵਾਂ ਚੋਂ ਇੱਕ ਰਹਿ ਜਾਣਾ ਹੈ, ਇੱਕ ਦੀ ਕਿਹਨੇ ਸੁਣਨੀ ਹੈ? ਉਹ 9 ਦੀ ਚੁੱਪ 40 ਦੇ ਹੱਕ 'ਚ ਭੁਗਤ ਜਾਣੀ ਹੈ। ਤੇ ਇੱਧਰ ਹੋ ਗਿਆ 49 ਤੇ ਇੱਕ ਰਹਿ ਗਿਆ ਇਕੱਲਾ 50। ਇਵੇਂ ਚੱਲਦਾ ਹੈ ਸਾਰਾ ਸਟਰਕਚਰ, ਇਵੇਂ ਚੱਲਦੀ ਹੈ ਸਾਰੀ ਪ੍ਰਕਿਰਿਆ। ਉਹ ਇਕੱਲਾ ਵਿਚਾਰਾ ਫਾਹੇ ਲੱਗ ਜਾਂਦਾ ਹੈ, ਸੂਲੀ ਚੜ੍ਹ ਜਾਂਦਾ ਹੈ, ਕੁਰਬਾਨ ਹੋ ਜਾਂਦਾ ਹੈ, ਉਹ ਤੇ ਅਸੂਲ ਪ੍ਰਸਤ ਹੁੰਦਾ ਹੈ। ਤਾਂ ਉਹ ਆਪਣੀ ਨਿਭਾ ਜਾਂਦਾ ਹੈ, ਪਰ ਬਾਕੀਆਂ ਦੀ ਧਾਰਾ ਉਵੇਂ ਹੀ ਚੱਲਦੀ ਰਹਿੰਦੀ ਹੈ। ਉਹ 9 ਚੁੱਪ ਕੀਤੇ ਦੁੱਖ ਮਨਾਉਂਦੇ ਨੇ ਵੀ ਗਲਤ ਹੋਇਆ, ਤੇ 40 ਜਿਹੜੇ ਨੇ ਉਹ ਖੁਸ਼ੀਆਂ ਮਨਾਉਂਦੇ ਨੇ ਤੇ ਅਸੀਂ ਇੱਕ ਬੰਦਾ ਸੋਧ ਲਿਆ। ਉਹ ਕਹਿਣਗੇ ਅਸੀਂ ਸੋਧ ਲਿਆ, ਅਸੀਂ ਬੜਾ ਭਲਾ ਕੀਤਾ, ਧਰਮ ਬਚਾ ਲਿਆ, ਇਸ ਬੰਦੇ ਨੇ ਧਰਮ ਖਤਮ ਕਰ ਦੇਣਾ ਸੀ। ਤਾਂ ਉਹ ਜਿਹੜੀ ਚੀਜ਼ ਹੈ ਇਸ ਤਰ੍ਹਾਂ ਵੀ ਕਈ ਵਾਰ ਚੱਲਦਾ ਹੈ। ਤਾਂ ਭਗਤ ਜੀ ਮਹਾਰਾਜ ਇੱਥੇ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਕਹਿਨ ਕਹਾਵਨ ਨਹਿ ਪਤੀ,
ਕੀ ਹੋਇਆ ਜੇ ਤੁਸੀਂ ਕਹਿ ਲੈਂਦੇ ਹੋ, ਜੇ ਤੁਸੀਂ ਕਹਾ ਲੈਂਦੇ ਹੋ ਬਹੁ ਗਿਣਤੀ ਕੋਲੋਂ। ਭਾਈ ਇਵੇਂ ਮਨ ਦੀ ਤਸੱਲੀ ਨਹੀਂ ਹੁੰਦੀ। ਜਿਹੜਾ ਧਰਮ ਦਾ ਮਾਰਗ ਹੈ ਉਹ ਭੀੜਾਂ ਦਾ ਮਾਰਗ ਨਹੀਂ। ਜਿਹੜਾ ਧਰਮ ਦਾ ਮਾਰਗ ਹੈ ਉਹ ਕੇਵਲ ਆਪਣੀਆਂ ਗੱਲਾਂ ਤੇ ਖੁਦ ਮੋਹਰ ਲਾਉਣ ਜਾਂ ਮੋਹਰਾਂ ਲਵਾਉਣ ਦਾ ਮਾਰਗ ਨਹੀਂ। ਭਾਵ ਦਾਅਵੇ ਕਰਨ ਦਾ ਮਾਰਗ ਨਹੀਂ ਹੈ। ਉਹ ਤੇ ਕੁਝ ਪਾਉਣ ਦਾ ਮਾਰਗ ਹੈ, ਕੁਝ ਜਾਣਨ ਦਾ ਮਾਰਗ ਹੈ, ਉਹ ਤੇ ਜਿਉਣ ਦਾ ਮਾਰਗ ਹੈ। ਧਰਮ ਨੇ ਤਾਂ ਵਾਪਰਨਾ ਹੈ, ਧਰਮ ਨੇ ਤਾਂ ਤਬਦੀਲੀ ਪੈਦਾ ਕਰਨੀ ਹੈ। ਉਹ ਧਰਮ ਕੀ ਹੈ? ਸੱਚ ਹੈ। ਤੋ ਫਰਮਾਉਂਦੇ ਹਨ, ਤਉ ਮਨ ਮਾਨੈ ਜਾ ਤੇ ਹਉਮੈ ਜੈ। ਮਨ ਦੀ ਤਸੱਲੀ ਕਿਵੇਂ ਹੋਏਗੀ? ਜਾ ਤੇ ਹਉਮੈ ਜੈ, ਜਦੋਂ ਅੰਦਰੋਂ ਹਉਮੈ ਦਾ ਵਾਸਾ ਖਤਮ ਹੋਏ, ਜੀਵਨ ਚੋਂ ਹਉਮੈ ਨਿਕਲ ਜਾਏ, ਜਿਸ ਨੂੰ ਸਾਹਿਬ ਗੁਰੂ ਨਾਨਕ ਮਹਾਰਾਜ ਕਹਿੰਦੇ ਨਾ ਬਾਣੀ ਦੇ ਵਿੱਚ, ਜਪਜੀ ਸਾਹਿਬ ਦੇ ਵਿੱਚ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ। ਜਿਹੜਾ ਹੁਕਮ ਵਿੱਚ ਵਿਲੀਨ ਹੋ ਗਿਆ, ਹੁਕਮ ਮੁਤਾਬਕ ਜਿਹੜਾ ਢਲ ਗਿਆ, ਜਿਸ ਨੇ ਹੁਕਮ ਦੀ ਪ੍ਰਕਿਰਿਆ ਨੂੰ ਬੁੱਝ ਲਿਆ, ਕਹਿੰਦੇ ਨੇ ਉਹਦੇ ਅੰਦਰ ਹਉਮੈ ਨਹੀਂ ਰਹੇਗੀ। ਉਹਨੂੰ ਸਮਝ ਹੈ ਕਿ ਜੀਵਨ ਦਾ ਸਫ਼ਰ ਕਿਸ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ। ਉਹਨੂੰ ਸਮਝ ਹੈ ਅਕਾਲ ਪੁਰਖ ਵਾਹਿਗੁਰੂ ਦਾ ਵਰਤਾਰਾ ਕਿਵੇਂ ਵਾਪਰ ਰਿਹਾ, ਉਹ ਬੁੱਝ ਲਿਆ, ਉਸਨੇ ਜਾਣ ਲਿਆ ਤੇ ਉਹ ਰਾਜ਼ੀ ਹੈ। ਉਹ ਉਹਨੇ ਵਿੱਚ ਰਾਜ਼ੀ ਹੈ, ਖੁਸ਼ ਹੈ, ਆਨੰਦਿਤ ਹੈ। ਉਹ ਹਰ ਪਲ ਉਸ ਵਾਹਿਗੁਰੂ ਨੂੰ ਵਾਪਰਦਾ ਮਹਿਸੂਸ ਕਰਦਾ ਹੈ, ਹੰਡਾਉਂਦਾ ਹੈ, ਮਾਣਦਾ ਹੈ। ਔਰ ਇਸੇ ਕਰਕੇ ਉਹ ਵਿਗਾਸ ਵਿੱਚ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਮ। ਉਹ ਵਿਗਾਸ ਵਿੱਚ ਹੈ, ਜੰਗਲ ਵਿੱਚ ਬੈਠਾ ਵੀ, ਘਰ ਵਿੱਚ ਬੈਠਾ ਵੀ, ਕਿਰਤ ਕਰਦਾ ਵੀ, ਕਿਤੇ ਵੀ ਹੋਵੇ, ਉਹਦਾ ਵਿਗਾਸ ਨਹੀਂ ਗਵਾਚਦਾ। ਤੇ ਦੁਨੀਆ ਤੀਰਥਾਂ ਤੇ ਜਾ ਕੇ ਵੀ ਕਲਪਦੀ ਰਹਿੰਦੀ ਹੈ, ਕਰੁੱਝਦੀ ਰਹਿੰਦੀ ਹੈ। ਉਹਨਾਂ ਦਾ ਬੁਰਾ ਹਾਲ ਬਿਆਨ ਕਰਨੋਂ ਬਾਹਰ ਹੈ। ਫਰਕ ਇਹ ਹੈ ਕਿ ਉਹ ਕਰਮ ਕਾਂਡਾਂ ਦੀ ਗਿਣਤੀ ਪੂਰੀ ਕਰ ਰਹੇ ਨੇ, ਉਹ ਜੀ ਰਿਹਾ ਹੈ, ਉਹ ਮਾਣ ਰਿਹਾ ਹੈ। ਦੋਵਾਂ ਵਿੱਚ ਬਹੁਤ ਜ਼ਿਆਦਾ ਫਰਕ ਹੈ। ਇਸ ਵਾਸਤੇ ਭਗਤ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਮਨ ਦੀ ਤਸੱਲੀ ਕਾਹਦੇ ਨਾਲ ਹੈ? ਤਉ ਮਨ ਮਾਨੈ ਜਾਂ ਤੇ ਹਉਮੈ ਜਈ ਹੈ। ਜਦੋਂ ਅੰਦਰੋਂ ਹਉਮੈ ਚਲੀ ਜਾਏ, ਫਿਰ ਕਹਿੰਦੇ ਹਨ, ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮ ਉਹਨਾਂ ਚਿਰ ਨਹੀਂ ਪਾਇਆ ਜਾ ਸਕਦਾ, ਵਾਹਿਗੁਰੂ ਦੀ ਨੇੜਤਾ ਤੇ ਹਜ਼ੂਰੀ ਨੂੰ ਨਹੀਂ ਮਾਣਿਆ ਜਾ ਸਕਦਾ, ਜਿੰਨਾ ਚਿਰ ਤੁਹਾਡੇ ਅੰਦਰ ਸਵਾਰਥ ਹੈ, ਭਾਵੇਂ ਉਹ ਸਵਰਗ ਤੇ ਬੈਕੁੰਠ ਜਾਣ ਦਾ ਹੀ ਸਵਾਰਥ ਕਿਉਂ ਨਾ ਹੋਵੇ। ਹੈ ਤੇ ਵੀ ਸਵਾਰਥ ਹੀ ਹੈ। ਜਦੋਂ ਆਪਾਂ ਕਹਿੰਦੇ ਨਾ ਸੇਵਾ ਕਰਤ ਹੋਏ ਨੇਹ ਕਾਮੀ, ਕਾਮਨਾ ਤੋਂ ਰਹਿਤ ਹੋ ਜਾਏ, ਤੇ ਉਹਦਾ ਮਤਲਬ ਕੀ ਹੈ? ਜਦ ਤੁਸੀਂ ਵਾਸ਼ਨਾ ਪਾਲ ਲਈ, ਮੈਂ ਬੈਕੁੰਠ ਜਾਵਾਂਗਾ, ਪੁੱਛੋ ਕਿਹੋ ਜਿਹਾ ਬੈਕੁੰਠ ਹੈ? ਉਹਦੀਆਂ ਕੰਧਾਂ ਵੀ ਦੱਸ ਦਿੰਦੀ ਹੈ ਦੁਨੀਆ, ਸੋਨੇ ਦੀਆਂ ਬਣੀਆਂ ਹੋਈਆਂ ਨੇ, ਸੁਨਹਿਰੀ ਕੰਧਾਂ ਨੇ, ਬੜਾ ਉੱਥੇ ਆਨੰਦ ਹੈ, ਕੋਈ ਰੌਲਾ ਨਹੀਂ, ਕੋਈ ਰੱਪਾ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਜਿਹਨੇ ਇੱਥੇ ਐਸ਼ ਨਹੀਂ ਕੀਤੀ, ਉਹ ਉੱਥੇ ਕਹਿੰਦਾ, ਉਹ ਫਿਰ ਉਹੋ ਜਿਹੀ ਐਸ਼ ਗਿਣਦਾ ਜਿਹੜੇ ਪੱਬਾਂ ਕਲੱਬਾਂ ਦੀ ਹੁੰਦੀ ਹੈ ਨਾ, ਨਾਚ ਗਾਣਾ ਹੋ ਰਿਹਾ, ਢੋਲ ਢਮੱਕਾ ਵੱਜ ਰਿਹਾ। ਯਾਨੀ ਕਿ ਜੋ ਸਾਡੀ ਮਾਨਸਿਕਤਾ ਉਹਦੇ ਹਿਸਾਬ ਨਾਲ ਅਸੀਂ ਕਲਪਨਾ ਕਰਦੇ ਹਾਂ ਵੀ ਉੱਥੇ ਇਹੋ ਜਿਹਾ ਹੋਏ, ਉੱਥੇ ਇਹੋ ਜਿਹਾ ਮਾਹੌਲ ਹੋਏ। ਤੋ ਜੇ ਅੰਦਰ ਉਮੀਦ ਹੈ, ਜਿਹਨੂੰ ਅਸੀਂ ਕਹਿੰਦੇ ਭੁੱਖ ਹੈ, ਸਵਾਰਥ ਹੈ, ਸਵਾਰਥ ਕਰਕੇ ਕਰ ਰਹੇ ਹਾਂ ਕਿ ਮੈਂ ਉੱਥੇ ਪਹੁੰਚ ਜਾਵਾਂ, ਇਸ ਕਰਕੇ ਮੈਂ ਕੰਮ ਧੰਦੇ ਕਰਨੇ, ਤੋ ਮਸਲਾ ਤੇ ਉੱਥੇ ਦਾ, ਇੱਥੇ ਦਾ ਤੇ ਹੈ ਹੀ ਨਹੀਂ। ਤੋ ਇੱਥੇ ਹਉਮੈ ਛੱਡਣ ਦੀ ਕੀ ਲੋੜ ਹੈ? ਇੱਥੇ ਚੋਰੀ ਛੱਡਣ ਦੀ ਕੀ ਲੋੜ ਹੈ? ਇੱਥੇ ਕੌੜਾ ਬੋਲਣ ਦਾ, ਭੈੜਾ ਸੁਭਾਅ ਤਿਆਗਣ ਦੀ ਕੀ ਲੋੜ ਹੈ? ਗੱਲ ਤਾਂ ਉੱਥੇ ਦੀ ਹੈ। ਉਹਦੇ ਲਈ ਮੈਂ ਕੰਮ ਕਰ ਰਿਹਾ, ਟਿਕਟ ਖਰੀਦ ਰਿਹਾ, ਮਨ ਨੂੰ ਖਰਚਾ ਕਰ ਰਿਹਾ, ਟਿਕਟ ਖਰੀਦ ਰਿਹਾ, ਤੇ ਉੱਥੇ ਜਾਣਾ। ਉਹ ਕੁਝ ਮੈਂ ਕਰ ਲਵਾਂਗਾ, ਕੁਝ ਮੇਰੇ ਮਰਨ ਤੋਂ ਬਾਅਦ ਘਰ ਦੇ ਕਰ ਦੇਣਗੇ, ਭਾਈ ਸਾਹਿਬ ਕਹਿ ਦੇਣਗੇ ਜੀ ਚਰਨਾਂ ਚ ਵਾਸਾ ਬਖਸ਼ਿਓ। ਇਹ ਨਹੀਂ ਹੈ ਨਾ ਜੀ। तो ਅਸੀਂ ਤਾਂ ਕਾਮਨਾ ਕਰ ਸਕਦੇ ਹਾਂ ਵਾਹਿਗੁਰੂ ਇਹਦਾ ਭਲਾ ਹੀ ਕਿਸੇ ਲਈ, ਇਹ ਥੋੜੀ ਕਿਸੇ ਲਈ ਕਿਹਾ ਜਾ ਸਕਦਾ ਵੀ ਇਹਦਾ ਬੁਰਾ ਹੋਵੇ। ਸਿੱਖੀ ਤਾਂ ਹੀ ਕਹਿੰਦੀ ਇਹਦਾ ਭਲਾ ਹੀ ਲੋਚੋ, ਹਰ ਇੱਕ ਦਾ ਭਲਾ ਲੋਚੋ। ਪਰ ਮੈਂ ਇੱਕ ਉਦਾਹਰਣ ਦੇ ਰਿਹਾ
ਵੀ ਜੇ ਕੇਵਲ ਉਮੀਦ ਇੰਨੀ ਕੀ ਰੱਖੀ ਹੈ, ਜੇ ਕੇਵਲ ਇੰਨਾ ਹੀ ਸਵਾਰਥ ਪਾਲਿਆ ਵੀ ਮੈਂ ਇੱਕ ਬੈਕੁੰਠ ਵਿੱਚ ਜਾਣ ਲਈ ਧਰਮ ਕਰਮ ਕਮਾ ਰਿਹਾ, ਤੇ ਇੱਥੇ ਵੱਲ ਧਿਆਨ ਹੀ ਕੋਈ ਨਹੀਂ ਹੋਏਗਾ ਵੀ ਲੋਕ ਨੂੰ ਵੀ ਸਵਾਰਨਾ ਹੈ, ਜੀਵਨ ਵਿੱਚ ਵੀ ਗੁਰਮੁਖਤਾਈ ਤੇ ਧਰਮ ਦਾ ਵਾਸਾ ਲਿਆਉਣਾ ਹੈ। ਜੋਤੀ ਜੋਤ ਰਲੀ ਦਾ ਭਾਵ ਜਿਹੜਾ ਹੈ ਉਹ ਸੁਰਤ ਦਾ ਪਰਮੇਸ਼ਰ ਨਾਲ ਮਿਲ ਜਾਣਾ ਵੀ ਹੈ, ਗੁਰ ਸੇਵਾ ਤੇ ਭਗਤ ਕਮਾਉਣਾ ਵੀ ਹੈ। ਫਿਰ ਇਹ ਚੀਜ਼ਾਂ ਜਿਹੜੀਆਂ ਨੇ, ਫਿਰ ਇਹਨਾਂ ਚੀਜ਼ਾਂ ਦੀ ਕਦਰੋ ਕੀਮਤ ਤਾਂ ਸਮਝ ਆਏਗੀ ਜੇ ਅੰਦਰੋਂ ਸਵਾਰਥ ਮੁੱਕ ਜਾਏ। ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ, ਭਗਤ ਕਬੀਰ ਜੀ ਨੇ ਫਰਮਾਇਆ, ਨਰਕ ਸੁਰਗ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ। ਫਿਰ ਉਹ ਇਹ ਵੀ ਕਹਿੰਦੇ ਨੇ, ਸੁਰਗ ਬਾਸ ਨਾ ਬਾਂਛੀਐ ਡਰੀਐ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ ਮਨੈ ਨਾ ਕੀਜੈ ਆਸ। ਰਮਈਆ ਗੁਣ ਗਾਈਐ ਜਾਂ ਤੇ ਪਾਈਐ ਪਰਮ ਨਿਧਾਨ। ਤੇ ਇਸ ਵਾਸਤੇ ਸਾਹਿਬ ਜੀ ਫਰਮਾਉਂਦੇ ਨੇ, ਕਹੋ ਕਬੀਰ ਕਹੀਐ ਕਾਹੇ ਸਾਧ ਸੰਗਤ ਬੈਕੁੰਠੈ ਆਹੇ। ਇਹ ਕਬੀਰ ਆਖ, ਇਹ ਕਿਵੇਂ ਦਸੀਏ ਇਹਨਾਂ ਲੋਕਾਂ ਨੂੰ ਜਿਹੜੇ ਐਸੇ ਭਰਮਾਂ ਵਿੱਚ ਭੁੱਲੇ ਹੋਏ ਨੇ, ਕਿਵੇਂ ਇਹਨਾਂ ਨੂੰ ਸਮਝਾਇਆ ਜਾਏ। ਭਾਵ ਇਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਸਾਧ ਸੰਗਤ ਬੈਕੁੰਠੈ ਆਹੇ। ਗੁਰੂ ਦੀ ਸੋਭਤ, ਸੱਚ ਨੂੰ ਗ੍ਰਹਿਣ ਕਰਨ ਵਾਲੀ ਥਾਂ, ਸੱਚ ਨੂੰ ਮਾਨਣ ਤੇ ਜੀਣ ਵਾਲੀ ਥਾਂ, ਸਿੱਖਣ ਵਾਲੀ ਥਾਂ, ਗੁਰੂ ਦੀ ਸੋਭਤ ਤੇ ਸੰਗਤ ਜਿਹੜੀ ਹੈ ਉਹੀ ਅਸਲੀ ਬੈਕੁੰਠ ਹੈ। ਜਿੱਥੇ ਨਾਮ ਦੀ ਕਮਾਈ ਕਰਕੇ ਵਾਹਿਗੁਰੂ ਦੇ ਹੁਕਮ ਨੂੰ ਆਪਣੇ ਜੀਵਨ ਵਿੱਚ, ਸਾਰੀ ਖਲਕਤ ਵਿੱਚ, ਕੁਦਰਤ ਵਿੱਚ ਵਾਪਰਦਾ ਮਹਿਸੂਸ ਤੇ ਅਨੁਭਵ ਕਰਕੇ ਬੰਦੇ ਦੀ ਹਉਮੈ ਛੁੱਟ ਜਾਂਦੀ ਹੈ। ਹਉਮੈ ਤੋਂ ਮੁਕਤ ਹੋਣਾ ਹੀ ਮੁਕਤੀ ਹੈ, ਅੰਦਰ ਦੇ ਵਿਕਾਰਾਂ ਤੋਂ ਛੁੱਟ ਜਾਣਾ ਹੀ ਮੁਕਤੀ ਹੈ। ਤੇ ਜਿਹੜੀ ਉਹ ਮਨੋ ਅਵਸਥਾ ਹੈ ਉਹੀ ਬੈਕੁੰਠ ਦੀ ਅਵਸਥਾ ਹੈ। ਤੋ ਸਤ ਸੰਗਤ ਹੀ ਅਸਲ ਬੈਕੁੰਠ ਹੈ, ਸਤ ਸੰਗਤ ਹੀ ਅਸਲ ਸਵਰਗ ਹੈ। ਇਹ ਚੀਜ਼ ਨੂੰ ਅਸੀਂ ਜਾਣੀਏ। ਸਾਹਿਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਸੱਚ ਖੰਡ ਵਸੈ ਨਿਰੰਕਾਰ, ਉਹ ਪੰਜਵਾਂ ਖੰਡ ਹੈ ਔਰ ਸਟੈਪ ਹੈ, ਮਾਈਂਡ ਲੈਵਲ ਹੈ, ਸੁਰਤ ਦੀ ਉਚਾਈ ਦਾ ਜ਼ਿਕਰ। ਉੱਥੇ ਕੋਈ ਇਹ ਨਹੀਂ ਵੀ ਚਾਰ ਇੱਟਾਂ ਲਾ ਕੇ ਉੱਤੇ ਮੈਂ ਪਲੇਟ ਲਾ ਦਿਆਂ ਸੱਚਖੰਡ, ਭਾਵੇਂ ਦੋ ਭਾਈ ਉੱਧਰ ਜਾ ਕੇ ਚੁਗਲੀ ਕਰਦੇ ਰਹਿਣ, ਬਾਹਰ ਲਿਖਿਆ ਸੱਚਖੰਡ। ਇਹਨੇ ਨਾ ਉਹ ਸੱਚਖੰਡ 'ਚ ਪਹੁੰਚ ਗਏ, ਫਿਰ ਤਾਂ ਉਹਨਾਂ ਨੂੰ ਬਾਹਰ ਨਿਕਲਣਾ ਹੀ ਨਹੀਂ ਚਾਹੀਦਾ। ਪਰ ਉਹ 35 ਗੇੜੇ ਰੋਜ਼ ਸੱਚਖੰਡ ਦੇ ਹੀ ਮਾਰ ਲੈਂਦੇ ਨੇ। ਤੋ ਉੱਥੇ ਜਿਹੜਾ ਸੱਚਖੰਡ ਹੈ, ਸਾਹਿਬ ਗੁਰੂ ਨਾਨਕ ਸਾਹਿਬ ਨੇ ਫਰਮਾਨ ਕੀਤਾ, ਉਦੋਂ ਪਹਿਲਾਂ ਜਿਹੜਾ ਹੈ ਉਹ ਗਿਆਨ ਖੰਡ, ਕਰਮ ਖੰਡ, ਸ਼ਰਮ ਖੰਡ, ਧਰਮ ਖੰਡ, ਉਹ ਫਿਰ ਚਾਰੇ ਕਿੱਥੇ ਨੇ? ਜੇ ਸੱਚਖੰਡ ਇੱਟਾਂ ਨਾਲ ਬਣਦਾ ਫਿਰ ਇੱਕ ਕਰਮ ਖੰਡ ਵੀ ਬਣਾ ਲਈਏ, ਇੱਕ ਸ਼ਰਮ ਖੰਡ ਵੀ ਬਣਾ ਲਈਏ। ਉਹ ਸਾਰੇ ਦੇ ਸਾਰੇ ਸੁਰਤ ਦੀ ਅਵਸਥਾ ਹਨ, ਸੁਰਤ ਦੀ ਉਚਾਈ ਦੀ ਅਵਸਥਾ ਹਨ। ਤੋ ਸੱਚਖੰਡ ਜਿਹੜਾ ਉਹ ਪਰਮੇਸ਼ਰ ਦੇ ਮਿਲਾਪ ਦੀ ਅਵਸਥਾ, ਜਿੱਥੇ ਸੱਚ ਹੀ ਸੱਚ ਵਾਪਰ ਰਿਹਾ, ਜਿਹਨੂੰ ਸਾਹਿਬ ਨੇ ਮਾਝ ਰਾਗ ਦੇ 12 ਮਾਹ ਵਿੱਚ ਕਿਹਾ, ਪੂਰਨ ਸੱਚ ਭਰੇ। ਪੂਰਨ ਰੂਪ ਵਿੱਚ ਸੱਚ ਨਾਲ ਇੱਕ ਸੁਰ ਹੋਏ ਹੋਏ ਜੀਵ, ਜਿਨ੍ਹਾਂ ਨੂੰ ਨਿਰਾਕਾਰ ਪਰਮੇਸ਼ਰ ਨਿਰਗੁਣ ਅਕਾਲ ਪੁਰਖ ਹੀ ਵਾਪਰਦਾ ਹਰ ਜਗ੍ਹਾ ਦੇ ਉੱਤੇ ਮਹਿਸੂਸ ਹੁੰਦਾ ਹੈ। ਸਾਹਿਬ ਕਿਰਪਾ ਕਰਨ, ਸਤਿਗੁਰਾਂ ਦਾ ਇਹ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਭੁੱਲ ਚੁੱਕ ਦੀ ਖਿਮਾ, ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ